ਸੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਰਨਾਲ ਹਰਿਆਣਾ ਤੋਂ, ਜਿੱਥੇ ਕਿ ਅੱਜ ਕਿਸਾਨਾਂ ਵੱਲੋਂ ਇੱਕ ਮਹਾ ਪੰਚਾਇਤ ਸੱਦੀ ਗਈ ਸੀ। ਸੋ ਕੀ ਸੀ ਪੂਰਾ ਮਾਮਲਾ ਤੇ ਕਰਨਾਲ ਦੇ ਵਿੱਚ ਇਸ ਤਰ੍ਹਾਂ ਅੱਜ ਕਿਉਂਕਿ ਜੋ ਮੀਟਿੰਗ ਮਹਾ ਪੰਚਾਇਤ ਦੀ ਪ੍ਰਸ਼ਾਸਨ ਦੇ ਨਾਲ ਹੋਈ ਸੀ, ਸਵੇਰ ਤੋਂ ਮੀਟਿੰਗ ਚੱਲ ਰਹੀ ਸੀ, 3 ਦੌਰ ਦੀ ਮੀਟਿੰਗ ਸੀ, ਲੇਕਿਨ ਮੀਟਿੰਗ ਬੇਸਿੱਟਾ ਰਹੀ ਆ। ਹੁਣ ਉੱਥੇ ਦੇ ਹਾਲਾਤ ਕੀ ਨੇ, ਇਹਨਾਂ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ। ਸਿੱਧੂ ਸਾਹਿਬ, ਕੀ ਹਾਲਾਤ ਨੇ ਕਰਨਾਲ ਦੇ? ਹਾਲਾਤ ਇਸ ਵਕਤ ਜਿਹੜੀ ਉੱਥੇ ਕਿਸਾਨ ਮਹਾ ਪੰਚਾਇਤ ਚੱਲ ਰਹੀ ਸੀ ਕਿਸਾਨਾਂ ਦੀ, ਉਹਦੇ ਜਿਹੜੇ ਹਾਲਾਤ ਆ ਉਹ ਤਣਾਅਪੂਰਨ ਬਣੇ ਹੋਏ ਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿਹੜਾ ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਉੱਪਰ ਕਰਨਾਲ ਪ੍ਰਸ਼ਾਸਨ ਦੇ ਵੱਲੋਂ ਲਾਠੀ ਚਾਰਜ ਕਰ ਦਿੱਤਾ ਗਿਆ ਸੀਗਾ। ਲਾਠੀ ਚਾਰਜ ਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਗਿਆ ਸੀ ਤੇ ਕੁਝ ਕਿਸਾਨ ਜਿਹੜੇ ਆ ਉਹ ਜ਼ਖਮੀ ਹੋ ਗਏ ਸੀ। ਤੇ ਕਿਸਾਨਾਂ ਦੀ ਇਹ ਮੰਗ ਸੀਗੀ ਕਿ ਸਾਡੇ ਜਿਹੜੇ ਨਾਲ ਦੇ ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਇੱਕ ਕਿਸਾਨ ਜਿਹੜਾ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 25 ਲੱਖ ਰੁਪਈਆ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣੀ ਚਾਹੀਦੀ ਆ। ਪਰ ਹਾਲੇ ਤੱਕ ਜਿਹੜੇ ਸਰਕਾਰ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕੀ। ਕਿਸਾਨਾਂ ਨੂੰ ਕੁਝ ਵੀ ਦੇਣ ਨੂੰ ਜਿਹੜੀ ਸਰਕਾਰ ਉਹ ਤਿਆਰ ਨਹੀਂ, ਜਿਹਦੇ ਇਨਸਾਫ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਮਹਾ ਪੰਚਾਇਤ ਬੁਲਾਈ ਗਈ ਸੀ। ਕੱਲ੍ਹ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਉੱਥੇ ਜਿਸ ਤਰੀਕੇ ਦੀ ਸਖਤੀ ਵਰਤੀ ਜਾ ਰਹੀ ਸੀ ਸਰਕਾਰ ਦੇ ਵੱਲੋਂ, ਉੱਥੇ ਕਿਹਾ ਜਾ ਰਿਹਾ ਸੀਗਾ ਕਿ ਧਾਰਾ 144 ਲਗਾ ਦਿਓ, ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ। ਕੁਝ ਜਿਹੜੇ ਹੈਗੇ ਆ ਕਿਸਾਨ ਆਗੂ ਹਰਿਆਣੇ ਦੇ, ਉਹਨਾਂ ਦੇ ਘਰ ਦੇ ਵਿੱਚ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ ਤਾਂ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਪਰ ਇਸ ਸਭ ਦੇ ਵਿਚਕਾਰ ਜਿਹੜੀਆਂ ਸਵੇਰ ਨੂੰ ਇਹ ਖਬਰਾਂ ਆਈਆਂ ਕਿ ਸਰਕਾਰ ਦੇ ਵੱਲੋਂ ਖੁੱਲ੍ਹ ਦੇ ਦਿੱਤੀ ਗਈ ਹੈ, ਢਿੱਲ ਵਰਤੀ ਗਈ ਹੈ ਕਿ ਕਿਸੇ ਨੂੰ ਵੀ ਨਾਕੇ 'ਤੇ ਰੋਕਿਆ ਨਹੀਂ ਜਾਊਗਾ। ਕਿਸਾਨ ਮਹਾ ਪੰਚਾਇਤ ਦੇ ਵਿੱਚ ਜਿਹੜੀ ਆ ਉਹ ਪਹੁੰਚ ਸਕਦੇ ਆ। ਤਾਂ ਕਿਸਾਨ ਮਹਾ ਪੰਚਾਇਤ ਦੇ ਦੌਰਾਨ ਜਿਹੜਾ ਸਰਕਾਰ ਦੇ ਵੱਲੋਂ ਸੱਦਾ ਆਇਆ ਕਿਸਾਨਾਂ ਨੂੰ ਕਿ ਭਾਈ ਤੁਸੀਂ ਸਾਡੇ ਨਾਲ ਆ ਕੇ ਇੱਥੇ ਬੈਠਕ ਕਰੋ, ਬੈਠਕ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਫਿਰ ਹੋ ਕੀ ਸਕਦਾ। ਤਾਂ ਜਦੋਂ ਉੱਥੇ ਗੱਲਬਾਤ ਕਰਨ ਦੇ ਲਈ ਇੱਥੇ 11 ਮੈਂਬਰੀ ਜਿਹੜਾ ਵਫਦ ਕਿਸਾਨਾਂ ਦਾ ਉੱਥੇ ਪਹੁੰਚਿਆ ਤਾਂ 2 ਘੰਟੇ ਤੋਂ ਜ਼ਿਆਦਾ ਲੰਬੀ ਜਿਹੜੀ ਇਹ ਮੀਟਿੰਗ ਕਿਸਾਨਾਂ ਦੀ ਚੱਲੀ ਹੈ ਪ੍ਰਸ਼ਾਸਨ ਦੇ ਨਾਲ। ਤੇ ਉੱਥੇ ਜਿਹੜਾ ਉਹ ਮੀਟਿੰਗ ਪਰ ਉਹ ਬੇਸਿੱਟਾ ਰਹੀ ਹੈ। ਹੁਣ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਜਿਹੜੇ ਰਕੇਸ਼ ਟਕੈਤ ਹੋਣੀ ਬਾਹਰ ਆਉਂਦੇ ਨੇ, ਬਾਹਰ ਆ ਕੇ ਮੰਚ ਦੇ ਉੱਪਰੋਂ ਜਿਹੜਾ ਕਿਸਾਨ ਮਹਾ ਪੰਚਾਇਤ ਦਾ ਜਿਹੜੀ ਮੰਚ ਹੈ ਉਸ ਮੰਚ ਦੇ ਉੱਪਰੋਂ ਐਲਾਨ ਕਰਦੇ ਨੇ ਕਿ ਸਾਰੇ ਕਿਸਾਨ ਆਗੂ ਜਿਹੜੇ ਸਟੇਜ ਦੇ ਉੱਪਰ ਆ ਜਾਣ ਤੇ ਹੁਣ ਆਪਾਂ ਕੋਈ ਵੱਡਾ ਫੈਸਲਾ ਲੈਣਾ। ਖਦਸ਼ਾ ਜਤਾਇਆ ਜਾ ਰਿਹਾ ਸੀਗਾ ਕੁਝ ਵੀ ਹੋ ਸਕਦਾ। ਤਾਂ ਹੁਣ ਕਿਸਾਨਾਂ ਦੇ ਵੱਲੋਂ ਕੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਦਾਣਾ ਮੰਡੀ ਦੇ ਵਿੱਚ ਇਹ ਕਿਸਾਨ ਮਹਾ ਪੰਚਾਇਤ ਸੀ ਉਸੇ ਦਾਣਾ ਮੰਡੀ ਦੀ 86 ਨੰਬਰ ਦੁਕਾਨ ਦੇ ਉੱਪਰ ਬੈਠ ਕੇ ਜਿਹੜੀ ਇੱਕ ਬੰਦ ਕਮਰਾ ਬੈਠੇ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਅਗਲਾ ਜਿਹੜਾ ਫੈਸਲਾ ਕਿਸ ਬਾਬਤ, ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਜਿਹੜੀ ਗੱਲ ਮਨਾਉਣ ਦੇ ਵਾਸਤੇ ਧਰਨਾ ਲਾਇਆ ਜਾ ਰਿਹਾ ਸੀਗਾ ਕਿਸਾਨ ਮਹਾ ਪੰਚਾਇਤ ਕਰਾਈ ਸੀ, ਉਹ ਤਾਂ ਗੱਲ ਮੰਨੀ ਨਹੀਂ। ਹੁਣ ਅੱਗੇ ਕੀ ਕਰਨਾ, ਕੀ ਧਰਨਾ ਜਾਰੀ ਰੱਖਣਾ ਜਾਂ ਵਾਪਸ ਭੇਜਣਾ, ਉਸ ਨਾਲ ਸੰਬੰਧਿਤ ਜਿਹੜਾ ਫੈਸਲਾ ਲੈਣ ਦੇ ਲਈ 86 ਨੰਬਰ ਦੁਕਾਨ ਦੇ ਉੱਪਰ ਜਿਹੜੀ ਆ ਉਹ ਬੈਠਕ ਚੱਲ ਰਹੀ ਹੈ। ਇਸ ਵੇਲੇ ਦੀ ਇਹ ਵੱਡੀ ਖਬਰ ਨਾਲ ਇਹ ਵੀ ਹੈ ਕਿ ਜਿਹੜਾ ਉੱਥੇ ਲੱਖਾਂ ਹਜ਼ਾਰਾਂ ਦਾ ਜਿਹੜਾ ਇਕੱਠ ਹੈ ਨੌਜਵਾਨਾਂ ਤੇ ਕਿਸਾਨਾਂ ਦਾ, ਖਦਸ਼ਾ ਇਹ ਹੈ ਕਿ ਉਹਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜੇ ਆ ਹਥਿਆਰਬੰਦ ਨੌਜਵਾਨ ਵੀ ਉਹਨਾਂ ਦੇ ਵਿੱਚ ਪਹੁੰਚੇ ਹੋਏ ਆ, ਜਿਹੜਾ ਇਸ ਇਕੱਠ ਦਾ ਮਾਹੌਲ ਖਰਾਬ ਕਰ ਸਕਦੇ ਆ। ਜਿਵੇਂ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ ਕਿ ਕੁਝ ਜਿਹੜੇ ਨੌਜਵਾਨ ਸੀਗੇ ਫੜੇ ਗਏ ਸੀ ਕਿਸਾਨਾਂ ਦੇ ਵੱਲੋਂ ਇਕੱਠ ਦੇ ਵਿੱਚ ਆਉਂਦੇ ਵੀ ਉਹ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਸੀਗੇ, ਇੱਕ ਡਰ ਦੀ ਸਥਿਤੀ ਜਾਂ ਫਿਰ ਜਿਹੜੀ ਭਗਦੜ ਦਾ ਮਾਹੌਲ ਜਿਹੜਾ ਪੈਦਾ ਕਰਨਾ ਚਾਹੁੰਦੇ ਸੀ ਇੱਕ ਭੀੜ ਦੇ ਵਿੱਚ। ਜਿਵੇਂ ਆਪਾਂ ਜਾਣਦੇ ਹਾਂ ਕਿ ਭੀੜ ਦੇ ਵਿੱਚ ਜਦੋਂ ਭਗਦੜ ਮੱਚਦੀ ਹੈ ਤਾਂ ਫਿਰ ਬਹੁਤ ਕੁਝ ਅਣਸੁਖਾਵੀਆਂ ਘਟਨਾਵਾਂ ਜਿਹੜਾ ਵਾਪਰਨ ਦਾ ਡਰ ਹੁੰਦਾ। ਤਾਂ ਖਦਸ਼ਾ ਇਹ ਜਤਾਇਆ ਜਾ ਰਿਹਾ ਕਿ ਕੁਝ ਨੌਜਵਾਨ ਅਜਿਹੇ ਹੈਗੇ ਆ ਜਿਹੜੇ ਹਥਿਆਰਬੰਦ ਆ, ਜਿਨ੍ਹਾਂ ਕੋਲ ਤਲਵਾਰਾਂ ਨੇ, ਡਾਂਗਾਂ ਨੇ ਜਾਂ ਹੋਰ ਵੀ ਕੁਝ ਹਥਿਆਰ ਜਿਹੜੇ ਹੋ ਸਕਦੇ ਆ, ਉਹ ਇਸ ਇਕੱਠ ਦੇ ਵਿੱਚ ਜਿਹੜੇ ਹੈਗੇ ਆ ਉਹ ਲੁਕੇ ਹੋਏ ਆ। ਤੇ ਇਸ ਇਕੱਠ ਦਾ ਵੱਡਾ ਫਾਇਦਾ ਉਠਾ ਕੇ ਉੱਥੇ ਅਣਸੁਖਾਵੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਉਹ ਦੇ ਸਕਦੇ ਆ। ਤਾਂ ਇਸ ਨਾਲ ਸੰਬੰਧਿਤ ਇਹ ਸਾਰੀਆਂ ਸਥਿਤੀਆਂ ਨੂੰ ਵਿਚਾਰ ਕੇ ਹੁਣ ਵੱਡਾ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੰਦ ਕਮਰਾ ਬੈਠਕ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜਿਹੜਾ ਵੀ ਕੋਈ ਫੈਸਲਾ ਹੋਊਗਾ ਉਹਨੂੰ ਮੰਚ ਦੇ ਉੱਪਰੋਂ ਥੋੜ੍ਹੀ ਦੇਰ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਜਾਊਗਾ। ਪਰ ਉੱਥੇ ਜਿਹੜੀਆਂ ਸਥਿਤੀਆਂ ਨੇ, ਉੱਥੇ ਸਥਿਤੀਆਂ ਪੂਰੇ ਤਰੀਕੇ ਦੇ ਨਾਲ ਤਣਾਅਪੂਰਨ ਬਣੀਆਂ ਹੋਈਆਂ ਨੇ। ਕਿਸੇ ਵੀ ਪਾਸੇ ਜਿਹੜਾ ਇਹ ਮੋੜ ਬਦਲ ਸਕਦਾ ਹੈ, ਉੱਥੇ ਕੋਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਨੇ, ਸ਼ਾਂਤਮਈ ਤਰੀਕੇ ਦੇ ਨਾਲ ਵਾਪਸ ਵੀ ਆ ਸਕਦੇ ਨੇ। ਤਾਂ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ, ਕੱਲ੍ਹ ਵੀ ਆਪਾਂ ਇਹੀ ਅਰਦਾਸ ਕੀਤੀ ਸੀ ਕਿ ਸਾਰਾ ਕੁਝ ਕਿਸਾਨ ਅੰਦੋਲਨ ਜਿਹੜਾ ਕਿਸਾਨ ਮਹਾ ਪੰਚਾਇਤ ਆ ਠੀਕ ਤਰੀਕੇ ਨਾਲ ਹੋਵੇ। ਤੇ ਅੱਜ ਵੀ ਆਪਾਂ ਤਾਂ ਇਹੀ ਕਹਿੰਦੇ ਹਾਂ ਕਿ ਠੀਕ ਤਰੀਕੇ ਨਾਲ ਹੋਵੇ, ਪਰ ਜਿਹੜੇ ਹਾਲਾਤ ਉੱਥੇ ਬਣੇ ਹੋਏ ਆ ਉਹ ਪੂਰਨ ਤਰੀਕੇ ਦੇ ਨਾਲ ਤਣਾਅਪੂਰਨ ਬਣੇ ਹੋਏ ਆ। ਸੁਖਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕੱਲ੍ਹ ਤੱਕ ਸਰਕਾਰ ਬਹੁਤ ਸਖਤ ਸੀ, ਉਹ ਕਹਿ ਰਹੇ ਸੀ ਅਸੀਂ ਮਹਾ ਪੰਚਾਇਤ ਨਹੀਂ ਹੋਣ ਦੇਣੀ, ਲੇਕਿਨ ਸਵੇਰੇ ਥੋੜ੍ਹਾ ਜਿਹਾ ਰਵੱਈਆ ਨਰਮ ਹੋਇਆ। 144 ਧਾਰਾ ਲੱਗਣ ਦੇ ਬਾਵਜੂਦ ਕਿਸਾਨਾਂ ਨੂੰ ਇਕੱਠੇ ਹੋਣ ਦਿੱਤਾ ਗਿਆ, ਲੇਕਿਨ ਸਵੇਰੇ ਇਹ ਮਾਹੌਲ ਲੱਗ ਰਿਹਾ ਸੀ ਵੀ ਸ਼ਾਇਦ ਸਰਕਾਰ ਦੀ ਤੇ ਕਿਸਾਨਾਂ ਦੀ ਆਪਸੀ ਜੋ ਮੀਟਿੰਗ ਹੋਏਗੀ ਸਹਿਮਤੀ ਬਣ ਜਾਏਗੀ। ਸਰਕਾਰ ਦਾ ਇਸ ਤਰ੍ਹਾਂ ਦਾ ਰਵੱਈਆ ਕਿਉਂ ਆ? ਕਿਉਂਕਿ ਕਿਸਾਨਾਂ ਨੂੰ ਇਕੱਠੇ ਵੀ ਹੋਣ ਦਿੱਤਾ, ਪਹਿਲਾਂ ਸਖਤੀਆਂ ਵੀ ਕੀਤੀਆਂ, ਇੰਟਰਨੈਟ ਵੀ ਤੁਸੀਂ ਦੱਸਿਆ ਬੰਦ ਰੱਖਿਆ ਗਾ, ਤੇ ਉਸ ਤੋਂ ਬਾਅਦ ਹੁਣ ਫਿਰ ਸਰਕਾਰ ਨੇ ਯੂ ਟਰਨ ਲੈਂਦੇ ਹੋਏ ਸਾਰੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਰਕਾਰ ਦਾ ਰਵੱਈਆ, BJP ਖੱਟਰ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਕਿਉਂ? ਦੇਖੋ, ਇਹ ਤਾਂ ਚਲੋ
ਅੱਜ ਲੈ ਕੇ ਬੈਠੇ ਸੀ ਜਾਂ ਕੁਝ ਦਿਨਾਂ ਤੋਂ ਹੋ ਸਕਦੀਆਂ ਮੰਗਾਂ ਤਾਂ ਕਿਸਾਨਾਂ ਦੀਆਂ ਪਿਛਲੇ 9 ਮਹੀਨਿਆਂ ਤੋਂ 10 ਮਹੀਨਿਆਂ ਤੋਂ ਇਹੀ ਹੈ ਕਿ ਜਿਹੜੇ ਖੇਤੀ ਕਾਨੂੰਨ ਵਾਪਸ ਕਰ ਲਏ ਜਾਣ। ਜੇ ਉਹੀ ਖੇਤੀ ਕਾਨੂੰਨ ਜਿਹੜੇ ਵਾਪਸ ਨਹੀਂ ਕੀਤੇ ਗਏ ਤਾਂ 9-10 ਮਹੀਨਿਆਂ ਦਾ ਸਮਾਂ ਜਿਹੜਾ ਹੋ ਗਿਆ ਤਾਂ ਫਿਰ ਇਹ 1-2 ਦਿਨਾਂ ਦੇ ਵਿੱਚ ਕਿੱਥੇ ਵਾਪਸ ਕਰ ਲੈਣਗੇ। ਇਹਨਾਂ ਦਾ ਅੜੀਆ ਰਵੱਈਆ ਤਾਂ ਉਹ ਅਪਣਾਏ ਹੋਇਆ, ਉਹ ਚਾਹੁੰਦੇ ਨੇ ਕਿ ਅੱਕ ਜਾਣ, ਅੱਕ ਕੇ ਬੈਠ ਕੇ ਚਲੇ ਜਾਣ ਤੇ ਇਹ ਕਿਸੇ ਤਰੀਕੇ ਦੇ ਨਾਲ ਵਾਪਸ ਜਿਹੜੇ ਉਹ ਚਲੇ ਜਾਣ। ਪਰ ਆਪਾਂ ਨੂੰ ਪਤਾ ਕਿ ਕਿਸਾਨ ਜਿਹੜੇ ਉਹ ਪੂਰਨ ਤਰੀਕੇ ਦੇ ਨਾਲ ਅੜੇ ਹੋਏ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਵਾਪਸ ਨਹੀਂ ਆਉਣ ਵਾਲੇ। ਉਧਰ ਕਿਸਾਨ ਵੀ ਵਿਜਿੱਦ ਨੇ ਤੇ ਉਧਰ ਸਰਕਾਰ ਵੀ ਵਿਜਿੱਦ ਹੈ, ਨਾ ਉਹ ਜਿਹੜੇ ਮੰਨਣ ਨੂੰ ਤਿਆਰ ਆ ਤੇ ਇਹ ਨਾ ਮਨਵਾਏ ਬਿਨਾਂ ਪਿੱਛੇ ਮੁੜਨ ਨੂੰ ਤਿਆਰ ਆ। ਯਾਨੀ ਕਿ ਦੋਨਾਂ ਪਾਸਿਓਂ ਸਥਿਤੀਆਂ ਅੜੀਆਂ ਹੋਈਆਂ ਨੇ। ਉਹ ਕਹਿੰਦੇ ਕਿ ਅਸੀਂ ਮਨਵਾ ਕੇ ਉੱਠਾਂਗੇ, ਉਹ ਕਹਿੰਦੇ ਅਸੀਂ ਮੰਨਣਾ ਨਹੀਂ। ਇਹ ਜਿਹੜੀ ਸਥਿਤੀ ਉੱਥੇ ਬਣੀ ਹੋਈ ਹੈ। ਤੇ ਕੀ ਦੇਖ ਰਹੇ ਹੋ ਅਗਲੇ ਆਉਣ ਵਾਲੇ ਸਮੇਂ ਵਿੱਚ, ਜਿਵੇਂ ਦਿੱਲੀ 'ਚ ਇੱਕ ਲੰਮਾ ਸੰਘਰਸ਼ ਚੱਲ ਰਿਹਾ, ਦਿੱਲੀ 'ਚ ਵਿੱਚ ਲੰਮੇ ਟਾਈਮ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ, ਧਰਨੇ ਲੱਗੇ ਹੋਏ ਨੇ, ਕੀ ਕਰਨਾਲ ਦੂਜਾ ਦਿੱਲੀ ਬਣ ਜਾ ਰਿਹਾ? ਨਹੀਂ, ਦਿੱਲੀ ਤਾਂ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਦਿੱਲੀ ਤਾਂ ਹਾਲੇ ਕਿਸਾਨ ਪਹੁੰਚੇ ਨਹੀਂ। ਦਿੱਲੀ ਦੇ ਬਾਰਡਰ 'ਤੇ ਹੀ ਬੈਠੇ ਨੇ, ਹਰਿਆਣਾ ਦੇ ਵਿੱਚ ਹੀ ਬੈਠੇ ਆ। ਹੋ ਸਕਦਾ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਜਿਸ ਤਰੀਕੇ ਦੇ ਨਾਲ ਸ਼ੰਭੂ ਕਹਿ ਗਿਆ, ਸਿੰਘੂ ਬਾਰਡਰ ਦੇ ਉੱਪਰ ਬੜੇ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਧਰੋਂ ਟਿਕਰੀ ਬਾਰਡਰ 'ਤੇ ਚੱਲ ਰਿਹਾ ਹੈ, ਤਾਂ ਇਹ ਹੋ ਸਕਦਾ ਹੈ ਕਿ ਕਰਨਾਲ ਦੇ ਵਿੱਚ ਵੀ ਚੱਲ ਪਵੇ। ਅਜਿਹਾ ਹੀ ਫੈਸਲਾ ਮੈਂ ਉਹੀ ਤੁਹਾਨੂੰ ਦੱਸਣ ਜਾ ਰਿਹਾ ਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਜਿਹੜੇ ਕਿਸਾਨ ਆਗੂ ਨੇ ਉਹ 86 ਨੰਬਰ ਦੁਕਾਨ ਦੇ ਉੱਪਰ ਬੈਠ ਕੇ ਬੰਦ ਕਮਰਾ ਬੈਠੇ ਕਰ ਰਹੇ ਨੇ। ਉਹ ਇਹੀ ਫੈਸਲਾ ਲੈ ਰਹੇ ਨੇ ਕਿ ਇੱਥੇ ਵੀ ਪੱਕਾ ਮੋਰਚਾ ਲਾਉਣਾ, ਜਿਵੇਂ ਪੰਜਾਬ ਦੇ ਵਿੱਚ ਲਗਾਇਆ ਸੀ, ਜਿਵੇਂ ਸਿੰਘੂ ਲੱਗਿਆ ਹੋਇਆ, ਜਿਵੇਂ ਟਿਕਰੀ ਲੱਗਿਆ ਹੋਇਆ, ਕਿ ਜਾਂ ਫਿਰ ਵਾਪਸੀ ਕਰਨੀ ਆ। ਇਸ ਨਾਲ ਸੰਬੰਧਿਤ ਜਿਹੜਾ ਉਹ ਫੈਸਲਾ ਲੈਣ ਦੇ ਲਈ ਬੰਦ ਕਮਰਾ ਬੈਠੇ ਕਰ ਰਹੇ ਨੇ। ਕੁਝ ਦੇਰ ਬਾਅਦ ਜਿਹੜਾ ਫੈਸਲਾ ਆ ਜਾਊਗਾ, ਕਿਸਾਨ ਮੰਚ ਦੇ ਉੱਪਰੋਂ ਜਿਹੜਾ ਐਲਾਨ ਕਰ ਦਿੱਤਾ ਜਾਊਗਾ। ਉੱਥੇ ਇੰਟਰਨੈਟ ਸੇਵਾਵਾਂ ਬੰਦ ਨੇ, ਉੱਥੇ ਜਿਹੜੀ ਫੋਨ ਦੇ ਜ਼ਰੀਏ ਹੀ ਸਾਡੇ ਕੋਲ ਵੀ ਜਿਹੜੀ ਫੋਨ 'ਤੇ ਗੱਲਬਾਤ ਕਰਨ ਦੇ ਨਾਲ ਹੀ ਸਾਡੇ ਕੋਲ ਵੀ ਜਿਹੜੀ ਜਾਣਕਾਰੀ ਪਹੁੰਚ ਰਹੀ ਹੈ। ਨਹੀਂ ਤਾਂ ਅਦਰਵਾਈਜ਼ ਉੱਥੋਂ ਜਿਹੜਾ ਕੋਈ ਕਿਸਾਨ ਮਹਾਪੰਚਾਇਤ ਲਾਈਵ ਵੀ ਨਹੀਂ ਹੋਈ, ਕਿਉਂਕਿ ਉੱਥੇ ਨੈੱਟ ਵੀ ਪੂਰਨ ਤਰੀਕੇ ਦੇ ਨਾਲ ਬੰਦ ਕੀਤਾ, SMS ਸੇਵਾਵਾਂ ਵੀ ਬੰਦ ਕੀਤੀਆਂ ਹੋਈਆਂ ਨੇ। ਇਸ ਕਰਕੇ ਉੱਥੋਂ ਹੋਰ ਤਾਂ ਕੁਝ ਨਹੀਂ ਚੱਲ ਰਿਹਾ, ਬਸ ਫੋਨ ਦੇ ਜ਼ਰੀਏ ਹੀ ਹੈ। ਹੁਣ ਜਦੋਂ ਫੈਸਲਾ ਹੋਊਗਾ ਆਪਣੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਦੱਸਾਂਗੇ। ਕਿਸਾਨ ਮੰਚ ਤੋਂ ਐਲਾਨ ਵੀ ਕਰਨਗੇ, ਆਪਣੇ ਸੂਤਰ ਵੀ ਉੱਥੋਂ ਦੱਸਣਗੇ ਵੀ ਕੀ ਕੁਝ ਫੈਸਲਾ ਹੋਇਆ। ਇਹੀ ਫੈਸਲੇ ਦੀ ਉਡੀਕ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੂਜਾ ਸਿੰਘੂ ਬਣੇਗਾ, ਉੱਥੇ ਪੱਕਾ ਮੋਰਚਾ ਲਾਉਣਗੇ ਜਾਂ ਫਿਰ ਵਾਪਸ ਹੋਣਗੇ। ਇਹ ਫੈਸਲੇ ਦੀ ਉਡੀਕ ਹਾਲੇ। ਧੰਨਵਾਦ ਜੀ। ਸੋ ਇਹ ਸੀ ਸੁਖਵਿੰਦਰ ਸਿੰਘ ਸਿੱਧੂ ਸਾਹਿਬ ਮੇਰੇ ਸਹਿਯੋਗੀ, ਜਿਨ੍ਹਾਂ ਨੇ ਪੂਰੇ ਵਿਸਥਾਰ ਨਾਲ ਦੱਸਿਆ ਵੀ ਆਖਰ ਇਹ ਮਾਮਲਾ ਕੀ ਸੀ, ਮਾਜਰਾ ਕੀ ਸੀ, ਸਥਿਤੀ ਇੰਨੀ ਤਣਾਅਪੂਰਨ ਕਰਨਾਲ ਦੇ ਵਿੱਚ ਕਿਉਂ ਹੋਈ। ਕਿਉਂਕਿ 28 ਅਗਸਤ ਨੂੰ ਬਹੁਤ ਵੱਡਾ ਇੱਕ ਉੱਥੇ ਹੜਦੰਗ ਮਚਾਇਆ ਗਿਆ ਸੀਗਾ, ਕਿਸਾਨਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਸੀ, ਜਿਸ ਦੀ ਬਦੌਲਤ ਇਹ ਮਹਾਪੰਚਾਇਤ ਬੁਲਾਉਣੀ ਪਈ। ਮਹਾਪੰਚਾਇਤ 144 ਧਾਰਾ ਵੀ ਲੱਗੀ ਕਰਨਾਲ ਦੇ ਵਿੱਚ। ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਸਖਤ ਨਿਰਦੇਸ਼ ਵੀ ਸੀ ਕਿਸਾਨਾਂ ਦੀ ਇਹ ਮਹਾਪੰਚਾਇਤ ਰੋਕਣ ਦੇ ਲਈ। ਲੇਕਿਨ ਫਿਰ ਥੋੜ੍ਹੀ ਜਿਹੀ ਨਰਮੀ ਦਿਖਾਉਂਦੇ ਹੋਏ ਕਿਸਾਨਾਂ ਨੂੰ ਇਕੱਠਾ ਹੋਣ ਦਿੱਤਾ ਗਿਆ। ਲੇਕਿਨ ਫਿਰ ਤੋਂ ਯੂ ਟਰਨ ਲੈਂਦੇ ਹੋਏ ਖੱਟਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ 3 ਦੌਰ ਦੀ ਚੱਲੀ ਹੋਈ ਮੀਟਿੰਗ ਬੇਸਿੱਟਾ ਰਹਿ ਗਈ ਹੈ। ਸੋ ਅਗਲੇ ਹਾਲਾਤ ਕੀ ਹੋਣਗੇ ਉਹਨਾਂ ਬਾਰੇ ਸਾਡੇ ਸੁਖਵਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਦੱਸਿਆ ਵੀ ਸਥਿਤੀ ਥੋੜ੍ਹੀ ਜਿਹੀ ਤਣਾਅਪੂਰਨ ਹੋ ਸਕਦੀ ਹੈ, ਸ਼ਰਾਰਤੀ ਅਨਸਰ ਵੀ ਉੱਥੇ ਹੋ ਸਕਦੇ ਨੇ ਜੋ ਕਿ ਮਾਹੌਲ ਨੂੰ ਖਰਾਬ ਕਰ ਸਕਦੇ ਨੇ। ਅਗਲੀ ਰਣਨੀਤੀ ਕੀ ਹੋਏਗੀ, ਕੀ ਕਰਨਾਲ ਦੇ ਜੋ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੂੰ ਵਾਪਸ ਜਾਣਗੇ ਜਾਂ ਫਿਰ ਉੱਥੇ ਸਿੰਘੂ ਬਾਰਡਰ ਵਾਂਗ ਦਿੱਲੀ ਦੇ ਵਾਂਗ ਪੱਕਾ ਧਰਨਾ ਲਗਾਇਆ ਜਾਏਗਾ। ਸੋ ਇਸ ਅਪਡੇਸ਼ਨ ਦੇ ਲਈ ਤੁਸੀਂ ਬਣੇ ਰਹੋ ਵਿਨਿੰਗ ਪੰਜਾਬ ਦੇ ਨਾਲ।